ਕੱਲ੍ਹ ਆਪ ਸੰਗਤਾਂ ਨੇ ਸਰਵਣ ਕੀਤਾ ਸੀ ਕਿ ਜਦੋਂ ਭਾਈ ਜੀਵਾ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਇੰਨੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਇਹ ਨਹੀਂ ਚੱਲਣੀ ਚਾਹੀਦੀ, ਆਪ ਜੀ ਕਿਰਪਾ ਕਰੋ, ਜੇ ਅਰਦਾਸ ਬੇਨਤੀ ਕਰੋ ਇਹ ਹਨੇਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਰੁਕ ਜਾਵੇ ਤੇ ਮੈਂ ਤੁਹਾਡੇ ਵਾਸਤੇ ਭੋਜਨ ਪ੍ਰਸ਼ਾਦਾ ਤਿਆਰ ਕਰ ਸਕਾਂ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸਮਝਾਇਆ ਸੀ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਵਿੱਚ ਦਖਲ ਨਹੀਂ ਦੇਈਦਾ। ਭਾਈ ਜੀਵਾ ਜੀ ਦੀ ਕਥਾ ਸਰਵਣ ਕੀਤੀ। ਉਸ ਤੋਂ ਬਾਅਦ ਹੁਣ ਸਾਧ ਸੰਗਤ ਜੀ ਇੱਕ ਦੂਸਰਾ ਸਿੱਖ ਹੈ, ਉਹ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਹੈ। ਜਿਵੇਂ ਉਹ ਆਣ ਕੇ ਬੇਨਤੀ ਕਰਦਾ ਉਹਦੀ ਕਥਾ ਸਰਵਣ ਕਰੀਏ। ਗੁੱਜਰ ਨਾਮ ਸੁਜਾਤ ਲੋਹਾਰ, ਚਲ ਆਇਓ ਗੁਰ ਕੇ ਦਰਬਾਰ। ਇੱਕ ਲੋਹਾਰ ਜਾਤੀ ਦਾ ਗੁੱਜਰ ਨਾਮੀ ਸਿੱਖ ਸੀ, ਉਹ ਚੱਲ ਕੇ ਗੁਰੂ ਜੀ ਦੇ ਦਰਬਾਰ ਵਿੱਚ ਆਇਆ। ਬੰਧਨ ਕਰ ਬੈਠਿਓ ਗੁਰ ਪਾਸ, ਦਰਸ਼ਨ ਦੇਖ ਕਰੀ ਅਰਦਾਸ। ਨਮਸਕਾਰ ਕਰਕੇ ਉਹ ਗੁਰੂ ਜੀ ਪਾਸ ਬੈਠ ਗਿਆ। ਗੁਰੂ ਜੀ ਦੇ ਦਰਸ਼ਨ ਕਰਕੇ ਉਸਨੇ ਬੇਨਤੀ ਕੀਤੀ, ਸੁਣੋ ਗੁਰੂ ਜੀ ਹੇਤ ਆਹਾਰ, ਦਿਨ ਸਗਰੇ ਹਮ ਠਾਨੈ ਕਾਰ। ਹੇ ਗੁਰੂ ਜੀ ਸੁਣੋ, ਪੇਟ ਦੀ ਖਾਤਰ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, ਪੇਟ ਦੀ ਖਾਤਰ। ਫਸੇ ਗ੍ਰਿਸਤ ਪਾਏ ਨਾ ਅਵਿਕਾਸ਼, ਸੇਵਾ ਕਰੈ ਰਹੈ ਤੁਮ ਪਾਸ। ਗ੍ਰਿਸਤੀ ਜੀਵਨ ਵਿੱਚ ਫਸੇ ਹੋਇਆਂ ਵੇਲ ਹੀ ਨਹੀਂ ਮਿਲਦਾ। ਆਪ ਜੀ ਦੇ ਪਾਸ ਰਹੀਏ ਤੇ ਤੁਹਾਡੀ ਸੇਵਾ ਕਰੀਏ। ਹਮਰੋ ਭੀ ਕਿਮ ਹੋਇ ਕਲਿਆਣ, ਜਨਮ ਮਰਨ ਦਾ ਬੰਧਨ ਹਾਨ। ਸੋ ਸਾਡਾ ਕਿਸ ਤਰ੍ਹਾਂ ਕਲਿਆਣ ਹੋਵੇਗਾ ਤੇ ਸਾਡੇ ਜਨਮ ਮਰਨ ਦੇ ਬੰਧਨ ਕਿਵੇਂ ਖਤਮ ਹੋਣਗੇ। ਸੁਨ ਸਤਿਗੁਰ ਕੀਨਸ ਉਪਦੇਸ਼, ਇੱਕ ਚਿਤ ਜਪਜੀ ਪਠੋ ਹਮੇਸ਼। ਸਤਿਗੁਰੂ ਜੀ ਨੇ ਸੁਣ ਕੇ ਉਪਦੇਸ਼ ਦਿੱਤਾ, ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੋ। ਜੇ ਤਕ ਵਾਰ ਪਠਿਓ ਨਿਤ ਜਾਏ, ਪਠਤ ਰਹੋ ਦੀਰਘ ਫਲ ਪਾਏ। ਜਿੰਨਾ ਵੀ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਕਰੋਗੇ ਓਨਾ ਹੀ ਤੁਹਾਨੂੰ ਜ਼ਿਆਦਾ ਫਲ ਪ੍ਰਾਪਤ ਹੋਵੇਗਾ। ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਵਿਚਾਰੋ, ਸਮਝੋ। ਵੇਖੋ ਗਰੀਬ ਕਾਜ ਕਰ ਦੀਜੈ, ਨੈ ਤਿਸ ਨਿਕਟ ਮਜੂਰੀ ਲੀਜੈ। ਜੇ ਵੇਖੋ ਕੋਈ ਗਰੀਬ ਹੈ ਤਾਂ ਉਸ ਦਾ ਕੰਮ ਕਰ ਦੇਵੋ, ਉਸ ਪਾਸੋਂ ਮਜ਼ਦੂਰੀ ਨਾ ਲਓ। ਜਪ ਜੀ ਅਰਥ ਵਿਚਾਰਨ ਕਰੋ, ਸਵਾਸ ਸਵਾਸ ਅੰਤਰ ਨਿਤ ਧਰੋ। ਜਪ ਜੀ ਦੀ ਬਾਣੀ ਦੇ ਅਰਥਾਂ ਤੇ ਵਿਚਾਰ ਕਰੋ। ਰੋਜ਼ਾਨਾ ਇਸ ਬਾਣੀ ਨੂੰ ਸਵਾਸ ਸਵਾਸ ਵਿੱਚ ਵਸਾ ਲਓ। ਜਿਹੜੀ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ, ਇਸ ਬਾਣੀ ਦੇ ਅਰਥਾਂ ਵਾਲੇ ਪਾਸੇ ਵੀ ਧਿਆਨ ਦਿਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤ ਬਾਣੀ ਦੇ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸ ਪਾਸੇ ਵੀ ਸਾਡਾ ਧਿਆਨ ਜਾਣਾ ਚਾਹੀਦਾ ਹੈ। ਅੰਮ੍ਰਿਤ ਬਾਣੀ ਦੇ ਅਰਥਾਂ ਨੂੰ ਵਿਚਾਰੋ। ਗੁਰੂ ਨਿਮਿਤ ਕਰੋ ਜੁਤ ਪ੍ਰੀਤ, ਦਇਆ ਕਰੋ ਦੀਨਨ ਧਾਰ ਪਰ ਨੀਤ। ਜੋ ਵੀ ਕਰੋ ਗੁਰੂ ਵਿੱਚ ਪ੍ਰੀਤ ਰੱਖ ਕੇ ਗੁਰੂ ਨਿਮਿਤ ਸਿਮਰਨ ਕਰੋ। ਹਮੇਸ਼ਾ ਗਰੀਬਾਂ ਉੱਤੇ ਦਇਆ ਧਾਰਨ ਕਰੋ। ਜੋ ਆਪਣੀ ਕਸ਼ ਕਰੋ ਕਮਾਈ, ਗੁਰ ਹਿਤ ਦਿਓ ਦਸਵੰਧ ਬਨਾਈ। ਜੋ ਕੁਛ ਆਪਣੀ ਕਮਾਈ ਕਰਦੇ ਹੋ ਉਸ ਵਿੱਚੋਂ ਗੁਰੂ ਜੀ ਵਾਸਤੇ ਦਸਵੰਧ ਕੱਢੋ। ਦਸਵੰਧ ਤੋਂ ਭਾਵ ਹੈ
ਧਰਮ ਦੀ ਕਮਾਈ ਵਿੱਚੋਂ 10ਵਾਂ ਹਿੱਸਾ ਭਲੇ ਕਾਰਜਾਂ ਲਈ ਭੇਟ ਕਰਨਾ। ਤਨਖਾਹਨਾਮਾ ਭਾਈ ਨੰਦ ਲਾਲ ਜੀ ਦੇ ਵਿੱਚ ਬਚਨ ਆਏ ਨੇ, ਦਸਵੰਧ ਗੁਰੂ ਨਹਿ ਦੇਵਈ, ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ, ਤਿਸ ਕਾ ਕਛ ਨਾ ਬਸਾਏ। ਜਿਹੜਾ ਗੁਰੂ ਦੇ ਪਰਥਾਏ ਦਸਵੰਧ ਨਹੀਂ ਦਿੰਦਾ ਅਤੇ ਝੂਠ ਬੋਲ ਕੇ ਖਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ, ਭਾਈ ਨੰਦ ਲਾਲ ਜੀ ਦੇ ਪਰਥਾਏ ਤਿਸ ਕਾ ਕਛ ਨਾ ਬਿਸਾਏ। ਉਹਦਾ ਕਾਹਦਾ ਵਿਸ਼ਵਾਸ ਕਰਨਾ। ਗੁਰੂ ਸਾਹਿਬ ਜੀ ਵੀ ਉਹਦੇ ਉੱਤੇ ਫਿਰ ਪ੍ਰਤੀਤ ਨਹੀਂ ਕਰਦੇ ਹਨ। ਸਾਧਕ ਸਿੱਖ ਆਏ ਜੋ ਡੇਰੇ, ਕਰੋ ਸੇਵ ਧਰ ਪ੍ਰੇਮ ਕਨੇਰੇ। ਸਾਧਨਾ ਕਰਨ ਵਾਲੇ ਸਿੱਖ ਜੋ ਤੁਹਾਡੇ ਘਰ ਆਉਣ ਤਾਂ ਮਨ ਵਿੱਚ ਬਹੁਤ ਪ੍ਰੇਮ ਰੱਖ ਕੇ ਉਹਨਾਂ ਦੀ ਸੇਵਾ ਕਰੋ। ਸੁਨ ਉਪਦੇਸ਼ ਹਿਰਦੇ ਤਿਨ ਧਾਰਾ, ਜਿਮ ਗੁਰ ਕਹਿਓ ਕਰੈ ਤਿਮ ਕਾਰਾ। ਉਸ ਗੁੱਜਰ ਨਾਮੀ ਸਿੱਖ ਨੇ ਗੁਰੂ ਜੀ ਦਾ ਉਪਦੇਸ਼ ਹਿਰਦੇ ਵਿੱਚ ਵਸਾ ਲਿਆ ਸੀ ਤੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਨ ਉਸੇ ਤਰ੍ਹਾਂ ਹੀ ਉਹ ਕੰਮ ਕਾਜ ਕਰਨ ਲੱਗ ਪਿਆ। ਗ੍ਰਸਤੀ ਭਗਤ ਹੁਤੇ ਤਿਸ ਗ੍ਰਾਮ, ਤੋਹਮਤ ਦੇ ਕਰ ਤਿਨ ਕੇ ਨਾਮ। ਉਸ ਦੇ ਪਿੰਡ ਵਿੱਚ ਗ੍ਰਸਤੀ ਭਗਤ ਸਨ, ਭਾਵ ਬਾਲ ਬੱਚੇ ਵਾਲੇ ਸੀ ਭਗਤ। ਉਹਨਾਂ ਦੇ ਨਾਂ ਤੇ ਰਾਜੇ ਨੇ ਤੋਹਮਤ ਲਾ ਕੇ, ਗਹਿ ਕਰ ਪਾਇਨ ਪਾਏ ਸੋ ਬੇਰੀ, ਕਾਰਾਗ੍ਰਹਿ ਮੈਂ ਦੀਨ ਸਗੇਰੀ। ਉਹਨਾਂ ਨੂੰ ਫੜ ਕੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ, ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਕਿਤਕ ਦਿਵਸ ਹੋਏ ਪ੍ਰਭੂ ਸਹਾਏ, ਕਿਸ ਬਿਦ ਤੇ ਦੀਨੇ ਨਿਕਸਾਏ। ਕਈ ਦਿਨਾਂ ਬਾਅਦ ਪ੍ਰਭੂ ਉਹਨਾਂ ਦੇ ਸਹਾਈ ਹੋਏ ਤੇ ਉਹਨਾਂ ਨੂੰ ਕਿਸੇ ਵਿਧੀ ਨਾਲ ਉੱਥੋਂ ਬਾਹਰ ਕੱਢ ਦਿੱਤਾ। ਅਰਧ ਰਾਤ ਮੈਂ ਸੋ ਚਲ ਆਏ, ਸ਼੍ਰਿੰਖਲ ਤਿਨ ਕੇ ਪਾਇਨ ਪਾਏ। ਉਹ ਅੱਧੀ ਰਾਤ ਨੂੰ ਉੱਥੋਂ ਚੱਲ ਕੇ ਆਏ, ਉਹਨਾਂ ਦੇ ਪੈਰਾਂ ਵਿੱਚ ਸੰਗਲ ਪਏ ਹੋਏ ਸਨ। ਗੁੱਜਰ ਨਾਮ ਲੋਹਾਰ ਆਵਾਸ, ਆਏ ਕਹਿਓ ਤਿਨ ਤਿਸ ਕੇ ਪਾਸ। ਗੁੱਜਰ ਨਾਮੀ ਲੋਹਾਰ ਦਾ ਜਿੱਥੇ ਘਰ ਸੀ ਉਸ ਕੋਲ ਆ ਕੇ ਉਹਨਾਂ ਨੇ ਕਿਹਾ, ਪ੍ਰਭ ਨਮਿਤ ਦਿਓ ਬੰਧਨ ਕਾਟ, ਤੁਝ ਕੋ ਹੋਏ ਨਾ ਜਮ ਕੀ ਬਾਟ। ਰੱਬ ਦੇ ਵਾਸਤੇ ਸਾਡੇ ਬੰਨੇ ਹੋਏ ਸੰਗਲ ਕੱਟ ਦੇਵੋ, ਤੈਨੂੰ ਜਮ ਦੀ ਵਿਪਤਾ ਨਹੀਂ ਹੋਵੇਗੀ। ਸੁਨ ਕਰ ਸੁਖ ਚਿਓ ਹਿਰਦੇ ਵਿਸਾਲਾ, ਜੇ ਮੁਝ ਜਾਨ ਲੇਹ ਮਹਿ ਪਾਲਾ। ਗੁੱਜਰ ਲੋਹਾਰ ਨੇ ਸੁਣ ਕੇ ਮਨ ਵਿੱਚ ਬਹੁਤ ਸੰਕੋਚ ਕਰਦੇ ਹੋਏ ਸੋਚਿਆ, ਜੇ ਰਾਜੇ ਨੂੰ ਮੇਰੇ ਬਾਰੇ ਰਾਜੇ ਨੇ ਜਾਣ ਲਿਆ, ਗਹਿ ਲੈ ਮਗ ਸਗਰੋ ਪਰਵਾਰਾ, ਜ਼ਾਲਮ ਬੜੋ ਕਰਾਵੇਂ ਮਾਰਾ। ਮੇਰੇ ਸਾਰੇ ਪਰਿਵਾਰ ਨੂੰ ਫੜ ਲਵੇਗਾ ਰਾਜਾ, ਉਹ ਬਹੁਤ ਜ਼ਾਲਮ ਹੈ, ਬਹੁਤ ਮਾਰ ਪਵਾਏਗਾ। ਤਰਾਸ ਪਾਏ ਕਰ ਬਹੁਰ ਵਿਚਾਰਾ, ਗੁਰ ਮੁਝ ਪ੍ਰਤੀ ਉਪਦੇਸ਼ ਉਚਾਰਾ। ਡਰਨ ਪਿੱਛੋਂ ਉਸਨੇ ਫਿਰ ਵਿਚਾਰ ਕੀਤੀ, ਗੁਰੂ ਜੀ ਨੇ ਮੈਨੂੰ ਇੱਕ ਉਪਦੇਸ਼ ਦਿੱਤਾ ਸੀ, ਪ੍ਰਭ ਨਮਿਤ ਕਾਰਜ ਕਰ ਦੀਜੈ, ਨਹੀਂ ਬਿਲੰਬ ਕਿਸੀ ਵਿਦ ਕੀਜੈ। ਕਿ ਪ੍ਰਭੂ ਦੇ ਨਿਮਿਤ ਲੋੜਵੰਦ ਦਾ ਕੰਮ ਕਰ ਦੇਣਾ, ਕਿਸੇ ਵੀ ਤਰ੍ਹਾਂ ਦੇਰੀ ਨਹੀਂ ਲਾਉਣੀ। ਸੋ ਨਹਿ ਛੋਡੋ ਹੋਏ ਸੋ ਹੋਏ, ਸੰਤ ਕਹਿ ਲੋਕਨ ਸੁਖ ਦੋਏ। ਸੋ ਜੋ ਵੀ ਹੋਵੇਗਾ ਹੁੰਦਾ ਰਹੇ, ਮੈਂ ਗੁਰੂ ਜੀ ਦੇ ਉਪਦੇਸ਼ਾਂ ਨੂੰ ਨਹੀਂ ਛੱਡਾਂਗਾ। ਸੰਤਾਂ ਦੇ ਕਹੇ ਦਾ ਦੋਹਾਂ ਲੋਕਾਂ ਵਿੱਚ ਸੁੱਖ ਮਿਲਦਾ ਹੈ। ਇਮ ਵਿਚਾਰ ਕਰ ਬਿਲਮ ਨ ਕੀਨ, ਉਠ ਤਤਕਾਲ ਕਾਟ ਕਰ ਦੀਨ।
ਉਸਨੇ ਇਹ ਵਿਚਾਰ ਕਰਕੇ ਦੇਰੀ ਨਾ ਕੀਤੀ ਤੇ ਤੁਰੰਤ ਹੀ ਉੱਠ ਕੇ ਬੇੜੀਆਂ ਕੱਟ ਦਿੱਤੀਆਂ। ਆਸ਼ਿਕ ਦੇਤ ਗਏ ਨਿਜ ਦੇਸ਼, ਉਪਜਿਓ ਇਸ ਕੇ ਗਿਆਨ ਵਿਸ਼ੇਸ਼। ਗ੍ਰਸਤੀ ਭਗਤ ਉਸ ਨੂੰ ਅਸੀਸ ਦੇ ਕੇ ਆਪਣੇ ਦੇਸ਼ ਚਲੇ ਗਏ। ਇਸ ਗੁੱਜਰ ਲੁਹਾਰ ਦੇ ਹਿਰਦੇ ਅੰਦਰ ਵਿਸ਼ੇਸ਼ ਗਿਆਨ ਪੈਦਾ ਹੋ ਗਿਆ ਸੀ। ਇੱਕ ਨਾਈ ਧੀਆਂ ਚੱਲ ਆਇਓ, ਸ਼੍ਰੀ ਅੰਗਦ ਪਗ ਸੀਸ ਨਿਵਾਇਓ। ਹੁਣ ਅਗਲੇ ਸਿੱਖ ਦੀ ਸਾਖੀ ਸਾਧ ਸੰਗਤ ਜੀ ਸ਼ੁਰੂ ਹੋਈ ਆ। ਫਿਰ ਇੱਕ ਦਿਨ ਧੀਆਂ ਨਾਮੀ ਨਾਈ ਚੱਲ ਕੇ ਆਇਆ ਤੇ ਉਸਨੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਸੀਸ ਨਿਵਾਇਆ। ਬੈਠ ਗਇਓ ਟਿਗ ਸਿੱਖ ਗਨ ਹੇਰੇ, ਕਰੈ ਪਰਸ ਪਰ ਸੇਵ ਕਨੇਰੇ। ਉਹ ਆ ਕੇ ਬੈਠ ਗਿਆ ਤੇ ਅਨੇਕ ਸਿੱਖ ਵੇਖੇ ਜੋ ਆਪਸ ਵਿੱਚ ਮਿਲ ਕੇ ਬਹੁਤ ਸੇਵਾ ਕਰ ਰਹੇ ਸਨ। ਤਿੰਨ ਮਹਿ ਮਿਲ ਸੇਵਾ ਕੋ ਲਾਗਿਓ, ਭਲੀ ਜਾਨ ਕਰ ਉਰ ਅਨੁਰਾਗਿਓ। ਉਹ ਵੀ ਉਹਨਾਂ ਨਾਲ ਮਿਲ ਕੇ ਸੇਵਾ ਵਿੱਚ ਜੁਟ ਗਿਆ। ਚੰਗਾ ਜਾਣ ਕੇ ਉਸ ਦਾ ਮਨ ਖੁਸ਼ ਹੋ ਗਿਆ। ਤਪਤ ਨੀਰ ਕਰਵਾਏ ਇਸ਼ਨਾਨ, ਵਸਤਰ ਪਖਾਰੈ ਮਲ ਕਰ ਹਾਨ। ਗਰਮ ਪਾਣੀ ਨਾਲ ਉਹ ਇਸ਼ਨਾਨ ਕਰਾਉਂਦਾ। ਇਹ ਪੁਰਾਣੇ ਸਮੇਂ ਦੀਆਂ ਸੇਵਾਵਾਂ ਸਨ ਕਿ ਜਿਹੜੇ ਗੁਰੂ ਦੇ ਸਿੱਖ ਸੀ ਉਹ ਦੂਸਰੇ ਸਿੱਖਾਂ ਦੇ ਵਾਸਤੇ ਗਰਮ ਪਾਣੀ ਕਰ ਦਿੰਦੇ ਸੀ, ਫਿਰ ਉਹਨਾਂ ਦਾ ਗੁਰਮੁਖਾਂ ਦਾ ਇਸ਼ਨਾਨ ਕਰਵਾਇਆ ਕਰਨਾ। ਅੱਜ ਦੇ ਸਮੇਂ ਵਿੱਚ ਤੇ ਸਾਰੀਆਂ ਸੇਵਾਵਾਂ ਮਸ਼ੀਨਾਂ ਨੇ ਲੈ ਲਈਆਂ, ਗੀਜ਼ਰ ਇਤਿਆਦਿਕ ਆ ਗਏ ਨੇ। ਜਿਹੜਾ ਗੁਰਮੁਖ ਪਿਆਰਾ ਭਾਈ ਧੀਆਂ ਸੀ, ਗਰਮ ਪਾਣੀ ਨਾਲ ਉਹ ਇਸ਼ਨਾਨ ਕਰਾਉਂਦਾ, ਮੈਲ ਕੱਢ ਕੇ ਬਸਤਰ ਧੋਂਦਾ, ਗੁਰਮੁਖ ਪਿਆਰਿਆਂ ਦੇ ਉਹ ਬਸਤਰ ਧੋ ਦਿੰਦਾ। ਚਰਨ ਚਾਪ ਹਾਕਤ ਹੈ ਬਾਇਓ, ਬਾਸਨ ਧੋਵੈ ਮਾਂਜ ਬਣਾਇਓ। ਮੁੱਠੀ ਚਾਪੀ ਕਰਦਾ, ਹਵਾ ਚੱਲਦਾ, ਮਾਂਜ ਸਵਾਰ ਕੇ ਬਰਤਨ ਧੋਂਦਾ। ਅੱਜ ਵੀ ਇੱਦਾਂ ਦੇ ਅਨੇਕਾਂ ਗੁਰਮੁਖ ਪਿਆਰੇ ਨੇ। ਇੱਥੇ ਮੈਨੂੰ ਚੇਤਾ ਆ ਜਾਂਦਾ, ਸਾਡੇ ਇੱਕ ਸਿੰਘ, ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਿੰਘ ਭਾਈ ਗੁਰਪ੍ਰੀਤ ਸਿੰਘ ਪ੍ਰਚਾਰਕ ਨੇ, ਤੇ ਸਾਡੀ ਦੋਵਾਂ ਦੀ ਡਿਊਟੀ ਲੱਗੀ ਜਥੇਦਾਰ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼ ਦੇ ਵਿੱਚ ਆਪਣੇ ਮੁਲਾਜ਼ਮਾਂ ਨੂੰ ਰੀਫਰੈਸ਼ ਕੋਰਸ ਕਰਵਾਉਣ ਦੀ। ਉਹ ਵੀ ਮੇਰੇ ਨਾਲ ਪੜ੍ਹਾਉਂਦੇ ਸੀ। ਸਾਰੇ ਮੁਲਾਜ਼ਮਾਂ ਨੂੰ ਦਿਨੇ ਕਲਾਸਾਂ ਲੱਗਦੀਆਂ ਰਹੀਆਂ, ਗੁਰਬਾਣੀ ਪੜ੍ਹਾਈ, ਇਤਿਹਾਸ ਪੜ੍ਹਾਇਆ, ਸਿੱਖ ਰਹਿਤ ਮਰਿਆਦਾ ਬਾਰੇ ਦੱਸਿਆ। ਜਦੋਂ ਹੀ ਨਾ ਸ਼ਾਮ ਉਹ ਗੁਰਮੁਖ ਪਿਆਰੇ ਕਹਿਣ ਲੱਗੇ ਵੀ ਗੁਰਮੁਖੋ ਬੇਨਤੀ ਇਸ ਤਰ੍ਹਾਂ ਵਾ ਵੀ ਤੁਸੀਂ ਜੇ ਗੁਰੂ ਕੇ ਸਿੱਖ, ਪਤਾ ਨਹੀਂ ਤੁਸੀਂ ਕਿਹੜੇ ਕਿਹੜੇ ਗੁਰਦੁਆਰਿਆਂ ਤੋਂ ਚੱਲ ਕੇ ਆਏ ਜੇ, ਦੂਰ ਦੁਰੇਡਿਓਂ, ਅਤੇ ਮੇਰੀ ਇੱਕ ਬੇਨਤੀ ਆ ਵੀ ਜਦੋਂ ਤੁਸੀਂ ਰਾਤ ਨੂੰ ਆਪਣੇ ਮੰਜਿਆਂ ਦੇ ਉੱਤੇ ਬੈਠੇ ਹੋਣਾ ਨਾ, ਬੈੱਡਾਂ ਦੇ ਉੱਤੇ, ਮੇਰੀ ਇੱਛਾ ਵਾ ਵੀ ਮੈਂ ਆਣ ਕੇ ਤੁਹਾਡੀਆਂ ਲੱਤਾਂ ਦਬਾਵਾਂ, ਮੈਂ ਮੁੱਠੀ ਚਾਪੀ ਕਰਾਂ, ਅਤੇ ਮੈਨੂੰ ਇਸ ਸੇਵਾ ਤੋਂ ਰੋਕਿਓ ਨਾ। ਉਹ ਸਿੰਘ ਕਹਿਣ ਲੱਗੇ ਵੀ ਭਾਈ ਸਾਹਿਬ ਇਸ ਤਰ੍ਹਾਂ ਤਾਂ ਨਹੀਂ ਨਾ ਹੋ ਸਕਦਾ, ਤੁਸੀਂ ਤਾਂ ਸਾਨੂੰ ਪੜ੍ਹਾਉਂਦੇ ਹੋ, ਤੁਸੀਂ ਤਾਂ ਸਾਡੇ ਉਸਤਾਦ ਹੋ, ਸਾਨੂੰ ਗੁਰਬਾਣੀ ਸਿਖਾਉਂਦੇ ਹੋ, ਅਤੇ ਤੁਸੀਂ ਆਣ ਕੇ ਸਾਡੀਆਂ ਕਿਵੇਂ ਲੱਤਾਂ ਨੱਪੋਗੇ, ਇਸ ਤਰ੍ਹਾਂ ਨਹੀਂ ਚੰਗਾ ਲੱਗਦਾ। ਉਹ ਗੁਰਮੁਖਾਂ ਨੇ ਕਿਹਾ ਵੀ ਮੈਂ ਉਸਤਾਦ ਹੋਵਾਂਗਾ, ਕਲਾਸ 'ਚ ਹੋਵਾਂਗਾ, ਵੈਸੇ ਮੈਂ ਤੁਹਾਡੇ ਤੋਂ ਉਮਰ 'ਚ ਵੀ ਛੋਟਾ, ਮੈਂ ਬੱਚਾ ਤੁਹਾਡਾ, ਤਾਂ ਕਰਕੇ ਮੈਨੂੰ ਸੇਵਾ ਕਰਨ ਤੋਂ ਨਾ ਰੋਕਿਓ। ਅੱਜ ਦੇ ਸਮੇਂ ਵਿੱਚ ਵੀ ਅਨੇਕਾਂ ਗੁਰਮੁਖ ਪਿਆਰੇ ਨੇ ਜਿਹੜੇ ਸੇਵਾ ਕਰਦੇ ਨੇ। ਕੋਈ ਗੁਰਮੁਖ ਪਿਆਰੇ ਲੰਗਰ ਦੇ ਬਰਤਨ ਹੀ ਆਣ ਕੇ ਧੋਂਦੇ ਮਾਂਜਦੇ ਆ, ਉਹ ਵੀ ਸੇਵਾ ਕਰਦੇ ਨੇ। ਅਤੇ ਕਈ ਇਹੋ ਜਿਹੇ ਵੀ ਨੇ ਥਾਲੀਆਂ ਮਾਂਜਦੇ ਆ 5 ਅਤੇ 10 ਅਖਬਾਰਾਂ 'ਚ ਸਵੇਰੇ ਫੋਟੋ ਆ ਜਾਂਦੀ ਆ ਵੀ ਫਲਾਣੇ ਮੰਤਰੀ ਨੇ ਜੀ ਗੁਰੂ ਰਾਮਦਾਸ ਲੰਗਰ ਹਾਲ 'ਚ ਸੇਵਾ ਕੀਤੀ। ਵੀ ਜਿਹੜੀ ਸੇਵਾ ਵਾ ਉਹ ਐਡਵਰਟਾਈਜ਼ਮੈਂਟ ਵਾਸਤੇ ਹੁੰਦੀ ਆ। ਸੇਵਾ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਵੀ ਸੇਵਾ ਕਿਹਨੇ ਕੀਤੀ। ਰਹੋ ਵਿਚਾਰ। ਚਰਨ ਚਾਪ ਹਾਕਤ ਹੈ ਬਾਇਓ, ਬਾਸਨ ਧੋਵੈ ਮਾਂਜ ਬਣਾਇਓ। ਮੁੱਠੀ ਚਾਪੀ ਕਰਦਾ, ਹਵਾ ਚੱਲਦਾ। ਉਹ ਪੁਰਾਣੇ ਸਮੇਂ 'ਚ ਵੱਡੇ ਵੱਡੇ ਪੱਖੇ ਹੁੰਦੇ ਸੀ, ਉਹਨੂੰ ਥੱਲਿਓਂ ਫੜ ਲੈਣਾ ਅਤੇ ਵਿਚਕਾਰ ਉਹਦੇ ਹੱਥ ਪਾਉਣ ਵਾਸਤੇ ਬਣਿਆ ਹੁੰਦਾ ਸੀ। ਇਸ ਤਰ੍ਹਾਂ ਸੰਗਤ ਨੂੰ ਵੱਡੇ ਵੱਡੇ ਪੱਖਿਆਂ ਦੇ ਨਾਲ ਨਾ ਚੱਲ ਮਾਰਨੀ, ਹਵਾ ਚੱਲਣੀ। ਅਤੇ ਫਿਰ
ਮਾਂਜ ਸਵਾਰ ਕੇ ਬਰਤਨ ਧੋਂਦਾ ਹੈ, ਬੜੇ ਪਿਆਰ ਦੇ ਨਾਲ ਮਾਂਜ ਸਵਾਰ ਕੇ ਚੰਗੀ ਤਰ੍ਹਾਂ ਜਿਹੜੇ ਉਹ ਬਸਤਰ ਧੋਂਦਾ, ਜਿਹੜੇ ਬਰਤਨ ਧੋਂਦਾ। ਇਹ ਵੀ ਇੱਕ ਮਹਾਨ ਵੱਡੀ ਸੇਵਾ ਹੈ। ਜਦੋਂ ਵੀ ਸੇਵਾ ਕਰੀਏ ਪਿਆਰ ਨਾਲ, ਸੁਚੱਜੇ ਤਰੀਕੇ ਦੇ ਨਾਲ ਸਾਨੂੰ ਸੇਵਾ ਕਰਨੀ ਚਾਹੀਦੀ ਆ। ਬਰਤਨ ਮਾਂਜਣ ਵਾਸਤੇ ਸਭ ਤੋਂ ਵਧੀਆ ਜਿਹੜੀ ਚੀਜ਼ ਆ ਉਹ ਸਵਾਹ ਹੈ। ਭਗਤ ਪੂਰਨ ਸਿੰਘ ਜੀ ਨੇ ਵੀ ਲਿਖਿਆ ਵਾ, ਜਿਹੜੇ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਨੇ ਨਾ, ਉਹਨਾਂ ਨੇ ਵੀ ਲਿਖਿਆ। ਉਹ ਕਹਿੰਦੇ ਭਾਂਡੇ ਮਾਂਜਣ ਵਾਸਤੇ ਸਭ ਤੋਂ ਵਧੀਆ ਚੀਜ਼ ਸਵਾਹ। ਅਸੀਂ ਲੋਕੀ ਜਿਹੜੀ ਸਰਫ ਨਾਲ ਕੱਪੜੇ ਧੋਣੇ ਹੁੰਦੇ ਆ, ਉਹਦੇ ਨਾਲ ਅਸੀਂ ਭਾਂਡੇ ਧੋਈ ਜਾਂਦੇ ਹਾਂ। ਉਹ ਸਰਫ ਭਾਂਡਿਆਂ ਨੂੰ ਲੱਗੀ ਰਹਿ ਜਾਂਦੀ ਆ। ਜਿੰਨੀ ਵਾਰੀ ਮਰਜ਼ੀ ਪਾਣੀ ਨਾਲ ਉਹ ਭਾਂਡੇ ਧੋਈ ਜਾਓ, ਜਿਹੜੀ ਉਹ ਚਿਕਨਾਹਟ ਆ ਨਾ, ਉਹ ਖਤਮ ਨਹੀਂ ਹੁੰਦੀ। ਉਹਦੇ ਵਿੱਚ ਜਦੋਂ ਅਸੀਂ ਫਿਰ ਭੋਜਨ ਛਕਦੇ ਹਾਂ, ਉਹ ਸਾਡੀਆਂ ਅੰਤੜੀਆਂ ਦੇ ਵਾਸਤੇ ਬਹੁਤ ਮਾੜੀ ਆ। ਅਸੀਂ ਨਹੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ। ਤਾਂ ਕਰਕੇ ਵਧੀਆ ਤਰੀਕਾ ਵੀ ਸਵਾਹ ਦੇ ਨਾਲ ਜਿਹੜੇ ਉਹ ਬਰਤਨ ਮਾਂਜਣੇ ਚਾਹੀਏ। ਰਹੋ ਵਿਚਾਰ ਗੁਰੂ ਪਿਆਰਿਓ। ਇਹ ਜਿਹੜਾ ਭਾਈ ਧੀਆਂ ਨਾ, ਇਹ ਬਹੁਤ ਪਿਆਰ ਨਾਲ ਸੇਵਾ ਕਰਦਾ। ਕਬ ਕਬ ਗੁਰ ਕੀ ਸੇਵਾ ਪਾਏ, ਮਹਾ ਪ੍ਰੇਮ ਤੇ ਕਰਹਿ ਬਨਾਏ। ਕਦੀ ਕਦੀ ਜਦ ਗੁਰੂ ਜੀ ਦੀ ਸੇਵਾ ਕਰਨੀ ਪ੍ਰਾਪਤ ਹੁੰਦੀ ਹੈ ਤਾਂ ਉਹ ਬਹੁਤ ਪ੍ਰੇਮ ਨਾਲ ਕਰਦਾ ਹੈ। ਇੱਕ ਦਿਨ ਸ਼੍ਰੀ ਅੰਗਦ ਕੇ ਪਾਸ, ਹੱਥ ਜੋੜ ਕੀਨੀ ਅਰਦਾਸ। ਇੱਕ ਦਿਨ ਉਸਨੇ ਗੁਰੂ ਅੰਗਦ ਦੇਵ ਜੀ ਪਾਸ ਹੱਥ ਜੋੜ ਕੇ ਬੇਨਤੀ ਕੀਤੀ, ਸ਼੍ਰੀ ਸਤਿਗੁਰ ਮੁਝ ਦੇਹੁ ਉਪਦੇਸ਼, ਜਿਸ ਤੇ ਮਿਟੈ ਕਲੇਸ਼ ਅਸ਼ੇਸ਼। ਹੇ ਸਤਿਗੁਰੂ ਜੀ, ਮੈਨੂੰ ਉਪਦੇਸ਼ ਦੇਵੋ ਜਿਸ ਨਾਲ ਮੇਰੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਣ। ਸੁਨ ਸ਼੍ਰੀ ਮੁਖ ਤੇ ਤਬ ਫੁਰਮਾਇਓ, ਗੁਰੂ ਗੌਰ ਮਹਿ ਜੋ ਚੱਲ ਆਇਓ। ਸੁਣ ਕੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਫਰਮਾਇਆ, ਜਿਹੜਾ ਗੁਰੂ ਜੀ ਦੀ ਕਬਰ ਭਾਵ ਘਰ ਦੇ ਵਿੱਚ ਚਲਾ ਜਾਵੇ, ਹੋਏ ਮੁਰੀਦ ਮੁਰਦੇ ਮਾਨਿੰਦ, ਅੰਗ ਨ ਕੋ ਹਾਲਤ ਬਿਨ ਜਿੰਦ। ਉਹ ਮੁਰਦੇ ਦੇ ਸਮਾਨ ਮੁਰੀਦ ਹੋ ਜਾਵੇ। ਜਿਹੜਾ ਗੁਰੂ ਦਾ ਮੁਰੀਦ ਆ, ਮੁਰਦੇ ਦੇ ਸਮਾਨ ਹੋ ਜਾਵੇ। ਜਾਣੋ ਜਿਵੇਂ ਜਿੰਦ ਤੋਂ ਬਗੈਰ ਮੁਰਦੇ ਦਾ ਅੰਗ ਨਹੀਂ ਹਿਲਦਾ। ਤਿਮ ਮੁਰੀਦ ਆਦਿਕ ਹੰਕਾਰਾ, ਤਿਆਗ ਦੇਤ ਇਹ ਸਕਲ ਬਿਕਾਰਾ। ਉਸੇ ਤਰ੍ਹਾਂ ਮੁਰੀਦ ਬਣ ਕੇ ਹੰਕਾਰ ਆਦਿ ਸਾਰੇ ਵਿਸ਼ੇ ਵਿਕਾਰਾਂ ਨੂੰ ਛੱਡ ਦੇਵੇ। ਜਿਹਨੇ ਗੁਰੂ ਦਾ ਮੁਰੀਦ ਬਣਨਾ, ਉਹਦੇ 'ਚ ਹਉਮੈ ਹੰਕਾਰ ਨਹੀਂ ਹੋਣਾ ਚਾਹੀਦਾ। ਗੁਰੂ ਗੌਰ ਮਹਿ ਜਾਏ ਸਮਾਏ, ਹੋਏ ਮੁਰੀਦ ਮੁਰਦਾ ਜਿਸ ਭਾਏ। ਤੇ ਉਹ ਗੁਰੂ ਜੀ ਦੀ ਕਬਰ ਭਾਵ ਘਰ ਵਿੱਚ ਜਾ ਕੇ ਸਮਾ ਜਾਵੇ, ਭਾਵ ਮੁਰੀਦ ਬਣ ਕੇ ਮੁਰਦੇ ਵਾਂਗ ਹੋ ਜਾਵੇ, ਜਿਸ ਤਰ੍ਹਾਂ ਗੁਰੂ ਚਾਹੁੰਦਾ ਹੈ। ਕਬਰ ਦੇ ਵਿੱਚ ਮੁਰਦਾ ਹੀ ਸਮਾਉਂਦਾ ਹੈ। ਜਦੋਂ ਕੋਈ ਬੰਦਾ ਡੈਡ ਹੋ ਜਾਵੇ, ਉਦੋਂ ਹੀ ਉਹ ਬਾਕਸਿਸ ਉਹਨੂੰ ਪਾਉਂਦੇ ਆ। ਫੋਰਨ ਕੰਟਰੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ। ਉੱਥੇ ਸਾਰਿਆਂ ਨਾਲ ਇਸ ਤਰ੍ਹਾਂ ਹੀ ਲਗਭਗ ਕਰਦੇ ਆ, ਭਾਵੇਂ ਉਹ ਬਾਕਸ ਕੋਈ ਸਸਤਾ ਬਣਾ ਲੇ, ਭਾਵੇਂ ਕੋਈ ਮਹਿੰਗਾ ਬਣਾ ਲੇ। ਇਹਨੂੰ ਮੁਸਲਮਾਨ ਲੋਕੀ ਕਬਰ ਕਹਿੰਦੇ ਸੀ। ਕਬਰ ਦੇ ਵਿੱਚ ਤਾਂ ਹੀ ਬੰਦਾ ਜਾਂਦਾ ਨਾ ਜਦੋਂ ਮੁਰਦਾ ਹੋ ਜਾਵੇ। ਜਿਹੜਾ ਗੁਰੂ ਆ, ਗੁਰੂ ਗੌਰ ਆ, ਗੁਰੂ ਕਹਿ ਲਓ ਕਬਰ ਆ। ਕਬਰ ਦੇ ਵਿੱਚ ਸਮਾਉਣ ਵਾਸਤੇ ਮੁਰਦਾ ਬਣਨਾ ਪੈਣਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਬਾਤਾਂ ਨਾਲ ਨਹੀਂ, ਹਉਮੈ ਹੰਕਾਰ ਵਾਲੇ ਪਾਸਿਓਂ ਮਰਨਾ ਪੈਂਦਾ ਵਾ। ਤਾਂ ਗੁਰੂ ਸਾਹਿਬ ਜੀ ਦੇ ਵਿੱਚ ਅਸੀਂ ਸਮਾ ਸਕਦੇ ਹਾਂ। ਦੇਖ ਜਾਤ ਆਪਣੀ ਭਾਸੈਨ, ਕਰੀ ਸੇਵ ਸੰਤਨ ਕੀ ਰੈਨ। ਦੇਖ, ਗੁਰੂ ਸਾਹਿਬ ਨੇ ਬਚਨ ਕੀਤਾ, ਤੇਰੀ ਜਾਤ ਵਿੱਚ ਪਹਿਲੇ ਇੱਕ ਸੈਨ ਭਗਤ ਹੋਇਆ, ਜਿਸ ਨੇ ਉਮਰ ਭਰ ਸੰਤਾਂ ਦੀ ਸੇਵਾ ਕੀਤੀ। ਨਾਈ ਬਰਾਦਰੀ ਵਿੱਚ ਸੈਨ ਭਗਤ ਹੋਇਆ, ਜੋ ਬਾਂਧਵਗੜ੍ਹ ਰੀਵਾ ਦੇ ਰਾਜਾ ਰਾਮ ਦਾ ਨਾਈ ਸੀ। ਰਾਮਾਨੰਦ ਦਾ ਸਿੱਖ ਹੋ ਕੇ ਇਹ ਸਾਧੂ ਸੇਵਾ ਵਿੱਚ ਲੱਗਿਆ ਤੇ ਉੱਚ ਸ਼੍ਰੇਣੀ ਦੇ ਭਗਤਾਂ ਵਿੱਚ ਗਿਣਿਆ ਗਿਆ।
ਸੈਣ ਭਗਤ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਸੈਨ ਪਣੈ ਭਜ ਪਰਮਾਨੰਦੇ, ਜਿਹੜਾ ਆਪਾਂ ਆਰਤੀ ਦੇ ਵਿੱਚ ਵੀ ਸ਼ਬਦ ਪੜ੍ਹਦੇ ਹਾਂ। ਸੁਣ ਸੰਧਿਆ ਤੇਰੀ ਦੇਵ ਦੇਵਾ ਕਰ, ਅਦਪਤ ਆਦ ਸਮਾਈ, ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸ਼ਰਨਾਈ। ਲਿਓ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ। ਭਗਤ ਸੈਣ ਜੀ ਦਾ ਸ਼ਬਦ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸਮਝਾਇਆ, ਗੁਰੂ ਘਰ ਵਿੱਚ ਜਾਤ ਪਾਤ ਦਾ ਵਿਤਕਰਾ ਕੋਈ ਨਹੀਂ ਹੈ। ਇੱਥੇ ਤੇ ਸੈਣ ਨਾਈ ਭਗਤ ਜੀ ਦਾ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਵਾ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਸੈਨ ਨਾਈ ਜਿਹੜਾ ਲੋਕਾਂ ਦੀਆਂ ਬੁੱਤੀਆਂ ਕਰਨ ਵਾਲਾ ਸੀ। ਬੁੱਤੀਆਂ ਕਰਨ ਵਾਲੇ ਦਾ ਭਾਵ ਇਹ ਵੀ ਹੁਣ ਤੇ ਖੈਰ ਸਮਾਂ ਚੇਂਜ ਹੋ ਗਿਆ। ਪੁਰਾਣੇ ਸਮੇਂ ਦੇ ਵਿੱਚ ਮੈਨੂੰ ਚੇਤੇ ਆ ਜਾਂਦਾ ਵੀ ਸਾਡੇ ਪਿੰਡ ਵੀ ਇੱਕ ਨਾਈ ਹੁੰਦਾ ਸੀ ਤੇ ਉਹ ਆਪਣੀ ਜੇਬ ਦੇ ਵਿੱਚ ਤਿੱਖਾ ਜਿਹਾ ਚਾਕੂ ਰੱਖਦਾ ਹੁੰਦਾ ਸੀ। ਸਾਡੇ ਕਿਸੇ ਬਜ਼ੁਰਗ ਦੇ ਨਹੁੰ ਕੱਟਣ ਵਾਲੇ ਹੋ ਜਾਣੇ ਨਾ, ਤੇ ਉਹਨੇ ਕਹਿਣਾ ਵੀ ਉਹ ਫਲਾਣੇ ਬੰਦੇ ਨੂੰ ਸੱਦ ਕੇ ਲਿਆਓ, ਉਹ ਨਹੁੰ ਕੱਟ ਦੇਵੇਗਾ। ਉਹਨੇ ਆਉਣਾ, ਆਣ ਕੇ ਨਹੁੰ ਕੱਟ ਦੇਣੇ। ਇਹਨੂੰ ਕਹਿੰਦੇ ਸੀ ਬੁੱਤੀਆਂ ਕਰਨੀਆਂ, ਵੀ ਕਿਸੇ ਨੇ ਕੋਈ ਕੰਮ ਕਰਵਾ ਲੈਣਾ, ਕਿਸੇ ਨੇ ਆਪਣੇ ਘਰ ਵਿੱਚ ਕੋਈ ਦਾਲ ਸਬਜ਼ੀ ਬਣਵਾਉਣੀ ਹੋਵੇ, ਇਹਨੂੰ ਕਹਿੰਦੇ ਨੇ ਬੁੱਤਕਾਰੀਆ। ਬੁੱਤੀਆਂ ਕਰਨ ਵਾਲਾ ਸੀ ਜਿਹੜਾ ਭਗਤ ਸੈਣ। ਰਾਜੇ ਦੀ ਜਿਹੜਾ ਮਾਲਿਸ਼ ਕਰਦਾ ਸੀ, ਰਾਜੇ ਦੀ ਸੇਵਾ ਕਰਦਾ ਸੀ। ਉੱਤੇ ਵੇਖੋ ਰੱਬ ਦੀ ਕਿੰਨੀ ਕਿਰਪਾ ਹੋਈ, ਉਹ ਘਰ ਘਰ ਦੇ ਵਿੱਚ ਸੁਣਿਆ ਜਾਣ ਲੱਗਾ। ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਵੀ ਤੂੰ ਤੇ ਬਹੁਤ ਵੱਡੇ ਭਾਗਾਂ ਵਾਲਾ, ਤੁਹਾਡੀ ਬਰਾਦਰੀ ਦੇ ਵਿੱਚ ਤੇ ਇਹੋ ਜਿਹੇ ਗੁਰਮੁਖ ਪਿਆਰੇ ਹੋਏ, ਏਡੇ ਭਗਤ ਹੋਏ ਆ ਜਿਨ੍ਹਾਂ ਨੇ ਸਾਰੀ ਉਮਰ ਸੇਵਾ ਕੀਤੀ ਆ। ਪ੍ਰੇਮ ਪਰਖ ਕਰ ਸ਼੍ਰੀ ਭਗਵਾਨ, ਬਨੇ ਸੈਨ ਕੇ ਰੂਪ ਸੁਜਾਨ। ਪਰਮਾਤਮਾ ਨੇ ਉਸ ਦੇ ਪ੍ਰੇਮ ਦੀ ਪਰਖ ਕਰਕੇ ਆਪ ਹੀ ਸੈਨ ਦਾ ਰੂਪ ਧਾਰਨ ਕਰ ਲਿਆ। ਸੈਨ ਦਾ ਰੂਪ ਆਪ ਹੀ ਭਗਤ ਸੈਨ ਦਾ ਰੂਪ ਧਾਰਨ ਕਰ ਲਿਆ, ਕਿਉਂਕਿ ਸੈਨ ਭਗਤ ਦੇ ਪਿੰਡ ਦੇ ਵਿੱਚ ਰੱਬ ਦੇ ਪਿਆਰੇ ਆਏ ਹੋਏ ਸੀ। ਉੱਥੇ ਕਥਾ ਕੀਰਤਨ ਹੋ ਰਿਹਾ ਸੀ। ਆਏ ਸੰਤ ਪਰੌਣੇ, ਕੀਰਤਨ ਹੋਆ ਰਹਿਣ ਸਬਾਈ। ਭਗਤ ਸੈਣ ਦੇ ਪਿੰਡ ਵਿੱਚ ਰੱਬ ਦੇ ਪਿਆਰੇ ਆਏ ਸੀ। ਸ਼ਾਮ ਦੇ ਸਮੇਂ ਦੀਵਾਨ ਸੱਜ ਗਿਆ। ਭਗਤ ਸੈਣ ਸੁਣਨ ਵਾਸਤੇ ਚਲਿਆ ਗਿਆ। ਇੱਕ ਰੱਬ ਦਾ ਪਿਆਰਾ ਹਟੇ, ਦੂਸਰਾ ਲੱਗ ਜਾਵੇ। ਵਾਰੀ ਵਾਰੀ ਵਾਹਿਗੁਰੂ ਜੀ ਦੇ ਗੁਣ ਗਾਈ ਗਏ, ਕੀਰਤਨ ਵਾਲੇ ਕੀਰਤਨ ਹੀ ਕਰੀ ਗਏ। ਸੰਤ ਮੰਡਲੀ ਆਈ ਸੀ। ਅੱਜ ਕੱਲ੍ਹ ਦੇ ਸਮੇਂ 'ਚ ਤੇ ਉਹ ਸੱਦਣੇ ਪੈਂਦੇ ਬੰਦੇ ਕਥਾ ਕੀਰਤਨ ਕਰਨ ਵਾਸਤੇ, ਫਿਰ ਉਹਨਾਂ ਨਾਲ ਰੇਟ ਵੀ ਤੈਅ ਕਰਨਾ ਪੈਂਦਾ, ਕਿੰਨੇ ਪੈਸੇ ਲਓਗੇ। ਪੁਰਾਣੇ ਸਮੇਂ 'ਚ ਇਸ ਤਰ੍ਹਾਂ ਨਹੀਂ ਸੀ, ਉਹ ਪਿਆਰ ਨਾਲ ਹੀ ਵਾਹਿਗੁਰੂ ਦੇ ਗੁਣ ਗਾਈ ਜਾਂਦੇ ਸੀ। ਇੱਕ ਰੱਬ ਦਾ ਪਿਆਰਾ ਹਟੇ, ਦੂਸਰਾ ਲੱਗ ਜੇ। ਵਾਹਿਗੁਰੂ ਜੀ ਦੇ ਗੁਣ ਗਾਈ ਗਏ। ਭਗਤ ਸੈਣ ਵੀ ਵਿੱਚ ਆਣ ਕੇ ਬੈਠਾ ਸੀ, ਇਹ ਵੀ ਵਾਹਿਗੁਰੂ ਜੀ ਦੇ ਗੁਣ ਸੁਣੀ ਜਾਵੇ। ਇਹਦਾ ਟਾਈਮ ਹੋ ਗਿਆ ਸੀ ਡਿਊਟੀ 'ਤੇ ਜਾਣ ਦਾ, ਰਾਜੇ ਦੀ ਸੇਵਾ, ਰਾਜਾ ਰਾਮ ਦੀ ਸੇਵਾ ਕਰਨ ਜਾਣ ਦਾ। ਇਹਨੂੰ ਚੇਤਾ ਹੀ ਭੁੱਲ ਗਿਆ, ਚੇਤਾ ਹੀ ਭੁੱਲ ਗਿਆ। ਉਸ ਗੱਲ ਵੱਲ ਭਾਈ ਸਾਹਿਬ ਇਸ਼ਾਰਾ ਕਰਦੇ, ਕਹਿੰਦੇ ਵੀ ਫਿਰ ਪ੍ਰਮਾਤਮਾ ਜੀ ਨੇ ਉਸ ਸੈਣ ਭਗਤ ਦਾ ਰੂਪ ਧਾਰਨ ਕਰਕੇ ਰਾਜੇ ਦੀ ਸੇਵਾ ਕੀਤੀ। ਪਹਿਲੇ ਸਮੇਂ 'ਚ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਸੀ ਪਿਆਰ ਦੇ ਨਾਲ, ਤੇ ਅੱਜ ਜੇ ਕਿਤੇ ਗੁਣ ਗਾਉਂਦਿਆਂ ਗਾਉਂਦਿਆਂ ਸਮਾਂ ਜ਼ਿਆਦਾ ਵੀ ਹੋ ਜੇ ਤਾਂ ਵੀ ਲੋਕੀ ਰੌਲਾ ਪਾ ਦਿੰਦੇ ਆ, ਤੇ ਜੇ 5-7 ਮਿੰਟ ਕਿਧਰੇ ਉੱਤੇ ਥੱਲੇ ਹੋ ਜਾਣ ਤਾਂ ਵੀ ਰੌਲਾ। ਮੈਨੂੰ ਚੇਤੇ ਆ ਜਾਂਦਾ ਦਰਬਾਰ ਸਾਹਿਬ ਖਡੂਰ ਸਾਹਿਬ, ਉੱਥੇ ਮੈਂ ਕਥਾ ਕਰਦਾ ਰਿਹਾ 6 ਸਾਲ। ਤੇ ਇੱਕ ਦਿਨ ਸੰਗਰਾਂਦ ਵਾਲਾ ਦਿਨ, ਸੰਗਰਾਂਦ ਵਾਲੇ ਦਿਨ ਕਥਾ ਕਰੀਦੀ ਸੀ ਸਵੇਰੇ 4:30 ਵਜੇ। 4:30 ਵਜੇ ਸੰਗਰਾਂਦ ਦੀ ਕਥਾ, 4:30 ਤੋਂ 5 ਵਜੇ ਤੱਕ। ਉਹ ਕਿਧਰੇ ਕੋਈ ਥੱਕੇ ਟੁੱਟੇ, ਕਿਧਰੇ ਕੋਈ ਬਾਹਰ ਗਏ ਹੋਣੇ ਪਿੰਡਾਂ 'ਚ ਕਥਾ ਪ੍ਰਚਾਰ ਕਰਨ। ਮੇਰੀ ਅੱਖ ਨਾ ਖੁੱਲ੍ਹੀ, ਮੈਂ ਸੁੱਤਾ ਹੀ ਰਹਿ ਗਿਆ। ਸੰਗਰਾਂਦ ਵਾਲੇ ਦਿਨ 4:30 ਕਥਾ ਕਰਨੀ ਸੀ। ਚਲੋ ਕਰ ਕਰਾ ਕੇ ਮੈਂ 4:45 ਵਜੇ ਤੁਰਿਆ ਵਾਂ। ਇੱਕ ਪਿੰਡ ਦਾ ਬੰਦਾ ਸੀ, ਉਹ ਮੇਰੇ ਗਲ ਪੈ ਗਿਆ, ਭਾਈ ਸਾਹਿਬ ਤੁਸੀਂ ਸੰਗਰਾਂਦ ਵਾਲੇ ਦਿਨ ਵੀ ਸੁੱਤੇ ਰਹਿ ਗਏ, ਤੁਹਾਨੂੰ ਪਤਾ ਨਹੀਂ ਟਾਈਮ ਨੂੰ 4:30 ਵਜੇ ਸਵੇਰੇ ਅੰਮ੍ਰਿਤ ਵੇਲੇ ਕਥਾ ਹੋਣੀ ਸੀ। ਮੈਂ ਕਿਹਾ ਮੇਰੀ ਗੱਲ ਸੁਣ, ਤੂੰ ਤੇ ਆਇਆ ਹੀ ਅੱਜ ਮਹੀਨੇ ਬਾਅਦ ਆ ਗੁਰਦੁਆਰੇ। ਮੈਂ ਇੱਕ ਦਿਨ ਲੇਟ ਹੋਇਆ
ਮੇਰੇ ਤੇ ਤੁਸੀਂ ਇਤਰਾਜ਼ ਕਰਦੇ ਹੋ। ਤੁਸੀਂ ਲੋਕੀ ਰੋਜ਼ ਨਹੀਂ ਗੁਰਦੁਆਰੇ ਆਉਂਦੇ। ਮੈਂ ਰੋਜ਼ ਹੀ ਇਕੱਲਾ ਕਥਾ ਕਰਦਾ ਰਹਿਣਾ। ਮੈਂ ਕਦੀ ਤੁਹਾਨੂੰ ਕਿਹਾ ਵੀ ਫਲਾਨਾ ਸਿਆ ਤੂੰ ਕਿਉਂ ਨਹੀਂ ਗੁਰਦੁਆਰੇ ਆਇਆ, ਵੀ ਕੱਲ ਕਥਾ ਸੁਣਨ ਤੂੰ ਕਿਉਂ ਨਹੀਂ ਆਇਆ? ਰਹੋ ਵਿਚਾਰ। ਇਹ ਕਿਧਰੇ ਸਮਾਂ ਕੋਈ ਘੱਟ ਵੀ ਲੱਗ ਸਕਦਾ, ਵੱਧ ਵੀ ਲੱਗ ਸਕਦਾ। ਇੱਕ ਦਿਨ ਕੋਈ ਸ਼ਬਦ ਵੱਡਾ ਸੀ ਹੁਕਮਨਾਮਾ ਸਾਹਿਬ ਦਾ, ਉਹਦੀ ਕਥਾ ਕਰੀ ਗਏ, ਉਹ ਸਮਾਪਤੀ 'ਤੇ ਅੱਧਾ ਕੁ ਘੰਟਾ ਵੱਧ ਲੱਗ ਗਿਆ, ਤਾਂ ਵੀ ਇਤਰਾਜ਼। ਆ ਦੁਰਗਾਪੁਰ ਪਿੰਡ 'ਚ ਡਿਊਟੀ ਸੀ। ਮੇਰਾ ਤਾਂ ਮਨ ਹੁੰਦਾ ਵੀ ਸੰਗਤ ਨੂੰ ਕੁਝ ਨਾ ਕੁਝ ਸੁਣਾਈਏ। ਉਹ ਕਹਿੰਦੇ ਸੀ ਵੀ 6 ਵਜੇ ਸਵੇਰੇ 6 ਵਜੇ ਕੜਾਹ ਪ੍ਰਸ਼ਾਦ ਵਰਤਾ ਕੇ ਸਾਨੂੰ ਆਪਣੇ ਘਰਾਂ ਨੂੰ ਤੋਰ ਦਿਓ। ਕੋਈ ਕਹਿੰਦਾ ਅਸੀਂ ਖੇਤਾਂ 'ਚ ਜਾਣਾ ਹੁੰਦਾ, ਕੋਈ ਕਹਿੰਦਾ ਸਾ ਟੂਟੀ ਇੰਨੇ ਵਜੇ ਆਉਂਦੀ ਅਸੀਂ ਪਾਣੀ ਭਰਨਾ ਹੁੰਦਾ। ਉਹ ਜੇ ਕਿਤੇ 6:10 ਹੋ ਜਾਣੇ, ਇੱਕ ਬਜ਼ੁਰਗ ਨੇ ਕਹਿਣਾ ਭਾਈ ਸਾਹਿਬ ਅਸੀਂ ਨਹੀਂ ਇੰਨੀ ਕਥਾ ਸੁਣ ਸਕਦੇ, ਹਿਸਾਬ ਨਾ ਸੁਣਾਇਆ ਕਰੋ। ਕਹਿਣ ਦਾ ਭਾਵ ਇਹ ਆ ਵੀ ਗੁਰੂ ਸਾਹਿਬ ਜੀ ਦੇ ਗੁਣ ਜੇ ਕਿਤੇ ਪਿਆਰ ਦੇ ਨਾਲ ਗਾਈਏ, ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਆਪੇ ਹੀ ਕਾਰਜ ਸੰਵਾਰ ਦਿੰਦੇ ਨੇ। ਸਾਡੇ ਵਿੱਚ ਉਹ ਪਿਆਰ ਮੁਹੱਬਤ ਉਹ ਗੱਲਾਂ ਰਹੀਆਂ ਹੀ ਨਹੀਂ। ਸੈਣ ਨਾਈ ਦੇ ਪਿੰਡ ਵਿੱਚ ਭਗਤ ਦੇ ਰੱਬ ਦੇ ਪਿਆਰੇ ਆ ਗਏ, ਜੋ ਕਥਾ ਕਰਨ ਲੱਗੇ ਸਾਰੀ ਰਾਤ ਹਟੇ ਨਾ। ਉਹ ਗੁਰਮੁਖ ਪਿਆਰਾ ਸੁਣਦਾ ਰਿਹਾ, ਡਿਊਟੀ ਦਾ ਉਹਨੂੰ ਚੇਤਾ ਭੁੱਲ ਗਿਆ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਦਾ ਆਪੇ ਹੀ ਕਾਰਜ ਸੰਵਾਰ ਦਿੱਤਾ, ਆਪੇ ਉਹਦਾ ਕਾਰਜ ਸੰਵਾਰ ਦਿੱਤਾ। ਉਹ ਉਸ ਸਾਖੀ ਵੱਲ ਇੱਥੇ ਜ਼ਿਕਰਿਆ। ਪਰਮਾਤਮਾ ਨੇ ਉਸ ਦੇ ਪ੍ਰੇਮ ਦੀ ਪਰਖ ਕਰਕੇ ਆਪ ਹੀ ਸੈਣ ਦਾ ਰੂਪ ਧਾਰਨ ਕਰ ਲਿਆ। ਰਾਣੇ ਕੋਏ ਸਰੀਤ ਰਜਾਇਓ, ਬਖਸ਼ੀ ਤਬ ਕਵਾਏ ਹੁਲਸਾਇਓ। ਫਿਰ ਉਸ ਨੇ ਉੱਥੋਂ ਦੇ ਰਾਜੇ ਨੂੰ ਐਸੀ ਰੀਤੀ ਨਾਲ ਮੋਹਿਤ ਕੀਤਾ, ਇਹੋ ਜਿਹੀ ਸੇਵਾ ਕੀਤੀ, ਰਾਜੇ ਨੇ ਖੁਸ਼ ਹੋ ਕੇ ਭਗਤ ਨੂੰ ਆਪਣੀ ਪੁਸ਼ਾਕ ਬਖਸ਼ਿਸ਼ ਕਰ ਦਿੱਤੀ ਸੀ। ਜਦੋਂ ਸਵੇਰ ਹੋਈ, ਦੀਵਾਨ ਦੀ ਹੋਈ ਸਮਾਪਤੀ, ਭਗਤ ਸੈਣ ਨੂੰ ਚੇਤਾ ਆਇਆ ਵੀ ਮੈਂ ਤਾਂ ਆਪਣੀ ਡਿਊਟੀ 'ਤੇ ਜਾਣਾ ਸੀ, ਰਾਜੇ ਦੀ ਸੇਵਾ ਕਰਨ ਵਾਸਤੇ ਮੈਂ ਜਾਣਾ ਸੀ। ਮੈਂ ਤਾਂ ਕਥਾ ਕੀਰਤਨ ਹੀ ਸੁਣੀ ਗਿਆ, ਮੈਨੂੰ ਤਾਂ ਚੇਤਾ ਹੀ ਭੁੱਲ ਗਿਆ। ਹੁਣ ਕੀ ਹੋਵੇਗਾ? ਬੜਾ ਡਰਿਆ ਵੀ ਰਾਜੇ ਦਾ ਕੀ ਪਤਾ ਮੈਨੂੰ ਜੇਲ੍ਹ 'ਚ ਹੀ ਸੁੱਟ ਦੇਣ। ਸਵੇਰੇ ਡਰਦਾ ਭਗਤ ਸੈਣ ਰਾਜੇ ਦੇ ਦਰਬਾਰ ਵਿੱਚ ਗਿਆ, ਜਾ ਕੇ ਨਮਸਕਾਰ ਕੀਤੀ। ਚੁੱਪ, ਕੁਝ ਬੋਲੇ ਨਾ। ਰਾਜੇ ਨੇ ਕਿਹਾ ਮੈਂ ਭਗਤ ਜੀ ਤੁਹਾਡੀ ਸੇਵਾ 'ਤੇ ਬਹੁਤ ਪ੍ਰਸੰਨ ਹੋਇਆ। ਭਗਤ ਨੇ ਸੋਚਿਆ ਵੀ ਸ਼ਾਇਦ ਮੈਨੂੰ ਮਖੌਲ ਕਰਦੇ ਆ ਵੀ ਮੈਂ ਆਇਆ ਜੋ ਨਹੀਂ ਰਾਤੀ ਸੇਵਾ ਕਰਨ, ਤਾਂ ਮੈਂ ਭਗਤ ਜੀ ਤੁਹਾਡੀ ਸੇਵਾ 'ਤੇ ਬਹੁਤ ਪ੍ਰਸੰਨ ਹੋਇਆ। ਜਿਹੜੀ ਤੁਸੀਂ ਕੱਲ੍ਹ ਸ਼ਾਮੀ ਮੇਰੀ ਮੁੱਠੀ ਚਾਪੀ ਮਾਲਿਸ਼ ਕੀਤੀ, ਜੋ ਵੀ ਸੇਵਾ ਕੀਤੀ ਨਾ, ਇਹ ਜਿਹੀ ਸੇਵਾ ਤਾਂ ਤੁਸੀਂ ਕੀਤੀ ਕਦੇ ਨਹੀਂ। ਰਾਜੇ ਨੇ ਖੁਸ਼ ਹੋ ਕੇ ਭਗਤ ਸੈਣ ਜੀ ਨੂੰ ਆਪਣੀ ਪੁਸ਼ਾਕ ਦੇ ਦਿੱਤੀ, ਆਪਣੇ ਬਸਤਰ ਦੇ ਦਿੱਤੇ। ਉਸ ਸਾਖੀ ਵੱਲ ਇਸ਼ਾਰਾ ਹੈ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸਮਝਾਇਆ, ਭਾਈ ਧੀਆਂ ਤੇਰੇ ਜਾਤ ਬਰਾਦਰੀ 'ਚ ਵੇਖਦਾ ਕਿੰਨੇ ਵੱਡੇ ਭਗਤ ਹੋਏ ਆ। ਇਸ ਕੇ ਸਮ ਸੰਤਨ ਕੀ ਸੇਵਾ, ਕਰੋ ਸਦਾ ਰੀਝੈ ਗੁਰਦੇਵਾ। ਸੋ ਤੂੰ ਉਹਨਾਂ ਦੇ ਵਾਂਗ ਸੰਤਾਂ ਦੀ ਸੇਵਾ ਕਰ, ਜਿਸ ਨਾਲ ਪਰਮਾਤਮਾ ਸਦਾ ਆਪ ਤੇ ਮੋਹਿਤ ਹੋ ਜਾਣ। ਸੋਨਿਓ ਉਪਦੇਸ਼ ਕਮਾਵਣ ਕੀਨ, ਧਰਿਓ ਪ੍ਰੇਮ ਸਿੱਖੀ ਪਦ ਲੀਨ। ਤਾਂ ਧੀਏ ਨਾਈ ਨੇ ਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕੀਤੀ, ਪ੍ਰੇਮ ਧਾਰਨ ਕਰਕੇ ਸਿੱਖੀ ਪਦ ਪ੍ਰਾਪਤ ਕੀਤਾ। ਗੁਰੂ ਸਾਹਿਬ ਜੀ ਨੇ ਉਹਨੂੰ ਸਮਝਾਇਆ, ਭਾਈ ਤੁਹਾਡੇ ਸਾਰੇ ਕੰਮਾਂ ਦੇ ਵਿੱਚ ਨਾ ਪ੍ਰੇਮ ਹੋਣਾ ਬੜਾ ਜ਼ਰੂਰੀ ਆ। ਜਿਹੜੀ ਸੇਵਾ ਕਰੋ, ਜਿਹੜਾ ਵੀ ਕੰਮ ਕਰੋ, ਪਿਆਰ ਨਾਲ ਕਰੋ। ਬੱਧਾ ਚੱਟੀ ਨਾ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜੇ ਬੱਧਾ ਰੁੱਧਾ ਕੰਮ ਕਰਾਂਗੇ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣ ਲੱਗਾ। ਜਿਹੜਾ ਵੀ ਪਾਠ ਕਰਨਾ ਹੌਲੀ ਹੌਲੀ ਪਿਆਰ ਨਾਲ। ਸਾਡੀਆਂ ਇੱਥੇ ਡਿਊਟੀਆਂ ਹੁੰਦੀਆਂ, ਤਾਂ ਕਰਕੇ ਸਾਨੂੰ ਇੱਕ ਖਾਸ ਸਪੀਡ ਰੱਖਣੀ ਪੈਂਦੀ ਆ ਵੀ ਉਹ ਇੰਨੇ ਸਮੇਂ 'ਚ ਇਹ ਪਾਠ ਕਰਨਾ, ਇੰਨੇ ਸਮੇਂ 'ਚ ਆਸਾ ਦੀ ਵਾਰ ਦਾ ਕੀਰਤਨ ਆ, ਇੰਨੇ ਸਮੇਂ 'ਚ ਕਥਾ ਕਰਨੀ ਆ। ਵੈਸੇ ਜਦੋਂ ਤੁਸੀਂ ਪਰਸਨਲ ਕੋਈ ਵੀ ਪਾਠ ਕਰਦੇ ਹੋ, ਹੌਲੀ ਹੌਲੀ ਆਨੰਦ ਲੈ ਕੇ ਕਰਿਆ ਕਰੋ। ਜ਼ਰੂਰੀ ਨਹੀਂ ਵੀ ਸੁਖਮਨੀ ਸਾਹਿਬ ਸਾਰਾ ਹੀ ਕਰਨਾ, ਅੱਧਾ ਕਰ ਲਓ, ਪਰ ਸਮਝ ਕੇ ਐਨ ਪਿਆਰ ਦੇ ਨਾਲ। ਵੈਸੇ ਤਾਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰੀਦਾ ਤਾਂ ਉਹ ਹੋ ਜਾਂਦਾ ਵਾ 1.25 ਘੰਟੇ 'ਚ, 1.5 ਘੰਟੇ 'ਚ। ਇੱਕ ਦਿਨ ਮੈਂ ਹੌਲੀ ਹੌਲੀ ਪਾਠ ਕੀਤਾ, 5 ਘੰਟੇ ਲੱਗੇ।
ਸੁਖਮਨੀ ਸਾਹਿਬ ਦਾ ਪਾਠ ਰਿਕਾਰਡਡ ਪਿਆ, ਅਪਲੋਡ ਕੀਤਾ ਮੈਂ YouTube ਤੇ ਪਿਆ। ਹੌਲੀ ਹੌਲੀ ਆਨੰਦ ਲੈ ਲੈ ਕੇ ਉਹਦੇ ਨਾਲ ਸਾਧ ਸੰਗਤ ਜੀ ਬਹੁਤ ਆਨੰਦ ਪ੍ਰਾਪਤ ਹੁੰਦਾ। ਫਿਰ ਹਰ ਸ਼ਬਦ ਦਾ ਨਾ ਅਰਥ ਵੀ ਪਤਾ ਚੱਲਦਾ। ਗੁਰੂ ਸਾਹਿਬ ਜੀ ਨੇ ਅੱਧਾ ਸਹਿਜ ਪਾਠ ਇਸ ਤਰ੍ਹਾਂ ਕਰਵਾ ਲਿਆ, ਅੱਧਾ ਬਾਕੀ ਰਹਿ ਗਿਆ, ਮਹਾਰਾਜ ਜੀ ਉਹ ਵੀ ਕਰਵਾ ਲੈਣਗੇ ਹੌਲੀ ਹੌਲੀ। ਗੁਰਬਾਣੀ ਦਾ ਪਾਠ ਕਰਨ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੋਣਾ ਚਾਹੀਦਾ। ਰਹੋ ਵਿਚਾਰ। ਗੁਰੂ ਸਾਹਿਬ ਜੀ ਨੇ ਸਮਝਾਇਆ, ਭਾਈ ਧੀਏ ਪਿਆਰ ਨਾਲ ਜਿਹੜਾ ਵੀ ਕੰਮ ਕਰਨਾ, ਸਭ ਕੁਟੰਬ ਕੋ ਭਇਓ ਉਧਾਰ, ਜਿਮ ਕਾਸ਼ਟ ਸੇ ਲੋਹ ਪਾਰ। ਜਿਵੇਂ ਲੱਕੜੀ ਨਾਲ ਲੋਹਾ ਪਾਰ ਹੋ ਜਾਂਦਾ ਹੈ, ਵੈਸੇ ਜੇ ਲੋਹਾ ਆਪਾਂ ਪਾਣੀ ਦੇ ਵਿੱਚ ਸੁੱਟੀਏ ਲੋਹਾ ਡੁੱਬ ਜਾਂਦਾ ਵਾ। ਜੇ ਲੋਹਾ ਲੱਕੜ ਦੀ ਸੰਗਤ ਕਰ ਲਵੇ ਫਿਰ ਉਹ ਪਾਰ ਹੋ ਜਾਂਦਾ ਵਾ। ਤੇਵੇਂ ਉਸ ਦੇ ਸਾਰੇ ਪਰਿਵਾਰ ਦਾ ਉਧਾਰ ਹੋ ਗਿਆ। ਭਾਈ ਧੀਆਂ ਆਪ ਤੇ ਤਰਿਆ ਹੀ, ਨਾਲ ਦੀ ਨਾਲ ਉਹਦਾ ਟੱਬਰ ਵੀ ਤਰ ਗਿਆ। ਉਹਦੇ ਪਰਿਵਾਰ ਦੇ ਵਿੱਚ ਵੀ ਸ਼ੁਭ ਗੁਣ ਆਉਣ ਲੱਗ ਪਏ। ਉਹ ਤਾਂ ਆਉਂਦੇ ਆ ਜੇ ਪਰਿਵਾਰ ਦੇ ਜੀ ਆਖੇ ਲੱਗਦੇ ਹੋਣ, ਜੇ ਪਰਿਵਾਰ ਦੇ ਜੀਆਂ ਦੇ ਉੱਤੇ ਵੀ ਗੁਰੂ ਦੀ ਬਾਣੀ ਦਾ, ਗੁਰੂ ਦੇ ਉਪਦੇਸ਼ਾਂ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਵੇ ਤਾਂ ਪਾਰ ਉਤਾਰਾ ਹੁੰਦਾ ਵਾ। ਇਸ ਤਰ੍ਹਾਂ ਨਾ ਸੋਚਿਆ ਕਰੋ ਵੀ ਟੱਬਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਤੇ ਮੈਂ ਇਕੱਲਾ ਹੀ ਆਉਂਦਾ ਵਾਂ ਤੇ ਬਾਕੀਆਂ ਦਾ ਪਾਰ ਉਤਾਰਾ ਘਰੇ ਬੈਠਿਆਂ ਟੀਵੀ ਵੇਖਦਿਆਂ ਹੀ ਹੋ ਜਾਣਾ। ਬਸ ਉਹਨਾਂ ਨੂੰ ਤੇ ਲਿਫਾਫੇ 'ਚ ਕੜਾਹ ਪ੍ਰਸ਼ਾਦ ਲਿਜਾ ਕੇ ਦੇਣਾ ਨਾ, ਇੱਥੋਂ ਲਿਫਾਫੇ 'ਚ ਪਾ ਕੇ ਲੈ ਜਾਓ, ਘਰ ਜਾ ਕੇ ਥੋੜ੍ਹਾ ਥੋੜ੍ਹਾ ਦੇ ਦਿਓ, ਇੱਦਾਂ ਹੀ ਪਾਰ ਉਤਾਰਾ ਹੋ ਜਾਣਾ। ਇੱਦਾਂ ਨਹੀਂ ਹੁੰਦਾ ਹੈ। ਇੱਦਾਂ ਸਗੋਂ ਹੋਰ ਲੇਜੀ ਹੁੰਦੇ, ਆਲਸੀ ਹੁੰਦੇ ਉਹ ਟੱਬਰ ਦੇ ਜੀ। ਜੇ ਬੱਚਾ ਕੜਾਹ ਪ੍ਰਸ਼ਾਦ ਮੰਗੇ ਵੀ ਉਹਨੂੰ ਕਹੇ ਪੁੱਤਰ ਖੁਦ ਗੁਰਦੁਆਰੇ ਜਾ, ਤੂੰ ਨਹੀਂ ਜਾ ਸਕਦਾ? ਜੇ ਮੈਂ ਗੁਰਦੁਆਰਾ ਸਾਹਿਬ ਜਾ ਸਕਦਾ ਤੂੰ ਨਹੀਂ ਜਾ ਸਕਦਾ? ਇਸ ਤਰ੍ਹਾਂ ਆਲਸੀ ਹੁੰਦੇ ਉਹ ਵੀ ਸਾਨੂੰ ਤਾਂ ਘਰੇ ਮਿਲ ਜਾਂਦੀ, ਕਿਰਪਾ ਖਣੀ ਇਹੀ ਹੈ। ਉਹ ਕੜਾਹ ਪ੍ਰਸ਼ਾਦ ਛਕ ਕੇ ਹੱਥ ਮਲ ਕੇ ਮੂੰਹ 'ਤੇ ਫੇਰ ਲੈਂਦੇ, ਬਸ ਜੀ ਪਾਰ ਉਤਾਰਾ ਹੋ ਗਿਆ। ਇਸ ਤਰ੍ਹਾਂ ਨਹੀਂ ਹੈ। ਜੇ ਉਹ ਤੁਹਾਡੇ ਪਰਿਵਾਰ ਦੇ ਜੀ ਗੁਰੂ ਦੀ ਵਿਚਾਰ ਸੁਣਨਗੇ ਤਾਂ ਉਹਨਾਂ ਦਾ ਪਾਰ ਉਤਾਰਾ ਹੋਣਾ ਹੈ। ਜਿਹੜਾ ਭਾਈ ਧੀਆਂ ਸੀ ਉਹ ਆਪ ਤੇ ਗੁਰੂ ਦੇ ਰੰਗ ਵਿੱਚ ਰੰਗਿਆ ਹੀ ਸੀ, ਨਾਲ ਦੀ ਨਾਲ ਉਹਦੇ ਪਰਿਵਾਰ ਦੇ ਜੀ ਵੀ ਗੁਰੂ ਦੇ ਰੰਗ 'ਚ ਰੰਗੇ ਗਏ। ਸਾਰੇ ਪਰਿਵਾਰ ਦੇ ਜੀਆਂ ਦਾ ਪਾਰ ਉਤਾਰਾ ਹੋ ਗਿਆ। ਇੱਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਨਾ ਪਰਿਵਾਰ ਵਿੱਚ ਕਈ ਇਹੋ ਜਿਹੇ ਬੱਚੇ ਬੇਟੇ ਆ ਗੁਰੂ ਸਾਹਿਬ ਦੇ ਆਪਣੇ, ਉਹਨਾਂ ਦਾ ਨਹੀਂ ਪਾਰ ਉਤਾਰਾ ਹੋਇਆ। ਗੁਰੂ ਤੇ ਆਪਣੇ ਬੱਚੇ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦਾ ਬੇਟਾ, ਉਹ ਸਾਰੀ ਜ਼ਿੰਦਗੀ ਭੈੜੇ ਕਰਮ ਹੀ ਕਰਦਾ ਰਿਹਾ। ਗੁਰੂ ਰਾਮਦਾਸ ਜੀ ਮਹਾਰਾਜ ਦਾ ਆਪਣਾ ਬੇਟਾ ਈਰਖਾ, ਦਵੈਸ਼, ਨਫ਼ਰਤ, ਕੀਨਾ, ਸਾੜਾ, ਮਾਇਆ ਇਕੱਠੀ ਕਰਨੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨਾਲ ਈਰਖਾ, ਉਹਦੀ ਸਾਰੀ ਜ਼ਿੰਦਗੀ ਇਹੀ ਕੰਮ ਕਰਦਿਆਂ ਲੰਘ ਗਈ। ਮਰ ਗਿਆ ਫਿਰ ਹੈਜੇ ਦੀ ਬਿਮਾਰੀ ਹੋ ਕੇ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਆਪਣਾ ਬੇਟਾ ਵੀ ਸਾਧ ਸੰਗਤ ਜੀ, ਤੇ ਉਹਨੇ ਵੀ ਇਸ ਤਰ੍ਹਾਂ ਹੀ ਕੀਤਾ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ 4 ਬੱਚੇ ਸਨ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ, ਭਾਈ ਦਾਸੂ ਜੀ, ਭਾਈ ਦਾਤੂ ਜੀ। ਜਿਹੜਾ ਦਾਤੂ ਸੀ, ਭਾਈ ਦਾਤੂ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਬੇਟਾ, ਉਹਨੇ ਕੀ ਕਰਤੂਤ ਕੀਤੀ? ਉਹਨੇ ਗੋਇੰਦਵਾਲ ਸਾਹਿਬ ਜਾ ਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਉੱਤੇ ਬੈਠਿਆਂ ਨੂੰ ਲੱਤ ਮਾਰ ਦਿੱਤੀ, ਠੁੱਡਾ ਮਾਰਿਆ, ਜਾਓ ਦੌੜ ਜਾਓ ਇੱਥੋਂ ਆ ਗਿਆ ਮੈਂ। ਤੁਸੀਂ ਐਵੇਂ ਸੇਵਾ ਕਰ ਕਰਕੇ ਮੇਰੇ ਪਿਤਾ ਜੀ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਗੁਰਤਾ ਗੱਦੀ ਦੇ ਮਾਲਕ ਬਣ ਗਏ। ਗੁਰਤਾ ਗੱਦੀ ਦਾ ਮਾਲਕ ਤੇ ਮੈਂ ਆ। ਕਿੰਨੀ ਵੱਡੀ ਬੇਅਦਬੀ ਕੀਤੀ। ਇਹ ਗੱਲਾਂ ਸੁਣਾਉਣ ਦਾ ਭਾਵ ਮੇਰਾ ਇਹ ਆ ਵੀ ਇਸ ਤਰ੍ਹਾਂ ਨਹੀਂ ਜੇ ਪਰਿਵਾਰ ਦਾ ਪਾਰ ਉਤਾਰਾ ਹੁੰਦਾ। ਜਿੰਨਾ ਚਲੋ ਗੁਰੂ ਦੇ ਉਪਦੇਸ਼ ਸੁਣ ਕੇ ਆਪਣੇ ਆਪ ਨੂੰ ਸੁਧਾਰਦੇ ਨਹੀਂ ਹਨ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਜਿਹੜੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਧਿਆਉਣ, ਜਿਹੜੇ ਆਪਣੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਵਸਾਉਣ, ਉਸ ਦਾ ਪਾਰ ਉਤਾਰਾ ਹੁੰਦਾ ਹੈ। ਜਿਨ੍ਹਾਂ ਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਨਹੀਂ ਆਪਣੇ ਹਿਰਦੇ ਦੇ ਵਿੱਚ ਵਸਾਇਆ, ਭਾਵੇਂ ਉਹ ਸ਼੍ਰੀ ਚੰਦ ਹੀ ਸੀ,
ਹੁਣ ਤੇ ਸ਼੍ਰੀ ਚੰਦ ਦੀ ਲੋਕੀ ਕਿੰਨੀ ਪੂਜਾ ਕਰਨ ਲੱਗ ਪਏ ਆ, ਉਹਦੇ ਨਾਮ ਦੇ ਉੱਤੇ ਗੁਰਦੁਆਰੇ ਵੀ ਬਣ ਗਏ ਆ। ਸਾਡੇ ਲੋਕਾਂ ਵਿਚਾਰਿਆਂ ਨੂੰ ਪਤਾ ਨਹੀਂ ਕਿਸੇ ਗੱਲ ਦਾ। ਸ਼੍ਰੀ ਚੰਦ ਦੇ ਜਨਮ ਦਿਨ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਸਰਕਾਰੀ ਛੁੱਟੀ ਕੀਤੀ ਜਾਂਦੀ ਆ। ਹੋਰਨਾਂ ਦੇ ਜਨਮ ਦਿਨ ਦੇ ਉੱਤੇ ਕਿਉਂ ਨਹੀਂ ਛੁੱਟੀ ਕੀਤੀ ਜਾਂਦੀ? ਕਿਉਂਕਿ ਉਹਨੂੰ ਜਾਣ ਬੁੱਝ ਕੇ ਪ੍ਰਮੋਟ ਕਰਨਾ ਚਾਹੁੰਦੇ ਆ। ਤੇ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਖਜ਼ਾਨਾ ਵਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼੍ਰੀ ਚੰਦ ਬਾਰੇ ਕੀ ਲਿਖਿਆ? ਉੱਥੇ ਲਿਖਿਆ, ਪੁੱਤਰੀ ਕੌਲ ਨਾ ਪਾਲਿਓ। ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸੀ, ਉਹ ਗੁਰੂ ਸਾਹਿਬ ਜੀ ਦੇ ਆਖੇ ਨਹੀਂ ਸੀ ਲੱਗਦੇ। ਕਈ ਸਾਖੀਆਂ ਨੇ, ਤੇ ਜਿਹੜਾ ਪੁੱਤਰ ਆਖੇ ਨਾ ਲੱਗਦਾ ਹੋਵੇ ਕਿ ਉਹ ਚੰਗਾ ਹੁੰਦਾ ਵਾ? ਉਹ ਕਹਿਣਾ ਨਹੀਂ ਸੀ ਮੰਨਦੇ, ਕਹਿਣੇ ਕਾਰੇ ਵਿੱਚ ਨਹੀਂ ਸਨ। ਇਹ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਪੁੱਤਰੀ ਕੌਲ ਨਾ ਪਾਲਿਓ, ਗੁਰ ਪੀਰੋਂ ਕੰਨ ਮੁਰਟੀਐ। ਕੰਨ ਦਾ ਅਰਥ ਹੁੰਦਾ ਮੋਢਾ। ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਗੱਲ ਕਿਹਾ ਕਰਨੀ, ਉਹਨਾਂ ਨੇ ਮਹਾਰਾਜ ਜੀ ਨੂੰ ਪਿੱਠ ਕਰ ਲਿਆ ਕਰਨੀ ਵੀ ਅਸੀਂ ਨਹੀਂ ਇਹ ਕੰਮ ਕਰ ਸਕਦੇ। ਦਿਲ ਖੋਟੇ, ਉਹਨਾਂ ਦੇ ਦਿਲ ਵਿੱਚ ਖੋਟ ਸੀ। ਖੋਟੇ ਦਿਲ ਵਾਲੇ ਬੰਦੇ ਕਿਤੇ ਚੰਗੇ ਹੁੰਦੇ ਆ? ਚੰਗੇ ਕੌਣ ਹੁੰਦੇ ਆ? ਜਿਨ੍ਹਾਂ ਦੇ ਦਿਲ ਵਿੱਚ ਮੁਹੱਬਤ ਹੋਵੇ। ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਦਿਲ ਵਿੱਚ ਕੁਝ ਹੋਰ ਹੋਵੇ ਤੇ ਮੁਖ ਵਿੱਚ ਕੁਝ ਹੋਰ ਹੋਵੇ, ਇਹੋ ਜਿਹੇ ਲੋਕ ਕੱਚੇ ਹਨ। ਤੇ ਗੁਰਬਾਣੀ ਵਿੱਚ ਲਿਖਿਆ, ਭਾਈ ਸੱਤੇ ਤੇ ਬਲਵੰਡ ਨੇ, ਇਹਨਾਂ ਦੇ ਦਿਲ ਵਿੱਚ ਖੋਟ ਸੀ। ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀਐ। ਇਹ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਮੰਨਦੇ ਰਹੇ। ਤਾਂ ਕਰਕੇ ਗੁਰੂ ਘਰਾਂ ਦੇ ਵਿੱਚ ਵੀ ਇੱਦਾਂ ਦੀ ਔਲਾਦ, ਇੱਦਾਂ ਦੇ ਬੱਚੇ ਜਨਮ ਲੈਂਦੇ ਰਹੇ ਆ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਵਿਰੋਧ ਕੀਤਾ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਵੀ ਬੜੇ ਹੋਏ ਨੇ। ਤਾਂ ਕਰਕੇ ਜ਼ਰੂਰੀ ਨਹੀਂ ਹੁੰਦਾ ਵੀ ਪਰਿਵਾਰ ਦੇ ਵਿੱਚੋਂ ਕਿਹੜਾ ਬੱਚਾ ਕਿਵੇਂ ਦਾ ਵਾ। ਸਾਰੀਆਂ ਆਤਮਾਵਾਂ ਅਲੱਗ-ਅਲੱਗ ਜਨਮਾਂ 'ਚ ਭਟਕਦੀਆਂ ਆਈਆਂ ਵਾ। ਟੱਬਰ ਦੇ ਜਿੰਨੇ ਜੀਅ ਆ, ਸਾਰਿਆਂ ਦਾ ਹਿਸਾਬ ਕਿਤਾਬ ਅਲੱਗ-ਅਲੱਗ ਆ। ਕੋਈ ਬੁਰੀਆਂ ਆਤਮਾ ਨੇ, ਕੋਈ ਨੇਕ ਪਾਕ ਪਵਿੱਤਰ ਆਤਮਾਵਾਂ ਨੇ, ਕਈ ਪਾਪੀ ਵਿਕਾਰੀ ਆ। ਉਹ ਪਿਛਲੇ ਜਨਮਾਂ ਦੇ ਲੈਣੇ ਦੇਣੇ ਸਾਰੇ ਇੱਕ ਟੱਬਰ ਦੇ ਜੀਅ ਬਣ ਜਾਂਦੇ ਆ। ਤੇ ਕਈ ਵਾਰੀ ਕਈ ਪਰਿਵਾਰਾਂ ਦੇ ਵਿੱਚ ਬੱਚੇ ਨਸ਼ਾ ਇਤਿਆਦਿ ਕਰਕੇ ਖਤਮ ਹੋ ਜਾਂਦੇ ਆ। ਤੇ ਲੋਕੀ ਫਿਰ ਉੱਥੇ ਕਹਿੰਦੇ, ਇਹ ਤੇ ਵਿਚਾਰਾ ਨਾ ਕੋਈ ਪਿਛਲੇ ਜਨਮ ਦਾ ਲੈਣਾ ਦੇਣਾ ਹੀ ਲੈਣ ਵਾਸਤੇ ਆਇਆ ਸੀ। ਇਸ ਤਰ੍ਹਾਂ ਦਾ ਵੀ ਆ। ਕਈ ਲੋਕੀ ਪੁੱਛਦੇ ਆ ਵੀ ਭਾਈ ਕਿੱਦਾਂ, ਘਰ ਪਰਿਵਾਰ ਸਭ ਤੁਹਾਡਾ ਠੀਕ ਆ, ਬਾਲ ਬੱਚਾ ਠੀਕ ਆ? ਲੋਕੀ ਕਹਿੰਦੇ ਜੀ ਠੀਕ ਕਾਹਦਾ, ਪਤਾ ਨਹੀਂ ਪਿਛਲੇ ਜਨਮਾਂ ਦੀਆਂ ਕਿਹੜੀਆਂ ਗਲਤੀਆਂ ਭੋਗਦੇ ਪਏ ਆ, ਹਿਸਾਬ ਕਿਤਾਬ ਦੇ ਰਹੇ ਆ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਲਿਖਿਆ, ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ ਬਖਸ਼ੀਆਂ ਹੋਈਆਂ ਆਤਮਾ ਵੀ ਆ ਸਕਦੀਆਂ ਵਾ, ਤੇ ਭੂਤ ਪ੍ਰੇਤਾਂ ਦਾ ਜਨਮ ਵੀ ਹੋ ਸਕਦਾ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਜਿਨ ਚੁੜੇਲਾਂ ਭੂਤ ਪ੍ਰੇਤ ਇਤਿਆਦਿਕ। ਉਹ ਕੋਈ ਬਾਹਰ ਥੋੜ੍ਹੀ ਹੁੰਦੇ ਨੇ, ਉਹ ਸਾਡੇ ਘਰਾਂ ਦੇ ਵਿੱਚ ਹੀ ਪੈਦਾ ਹੋ ਜਾਂਦੇ ਆ। ਅਸੀਂ ਉਹਨਾਂ ਦੇ ਨਾਲ ਹੀ ਰਹਿੰਦੇ ਹਾਂ। ਤਾਂ ਕਰਕੇ ਸਾਨੂੰ ਗਿਆਨੀ ਸੰਤ ਸਿੰਘ ਜੀ ਵੀ ਕਿਹਾ ਕਰਦੇ ਸੀ ਵੀ ਭੂਤਾਂ ਪ੍ਰੇਤਾਂ ਕੋਲੋਂ ਤੁਹਾਨੂੰ ਅੱਜ ਕੱਲ੍ਹ ਡਰਨ ਦੀ ਜ਼ਰੂਰਤ ਨਹੀਂ ਹੈ, ਉਹ ਤਾਂ ਤੁਹਾਡੇ ਘਰੇ ਹੀ ਨੇ, ਉਹਨਾਂ ਦੇ ਤਾਂ ਤੁਸੀਂ ਨਾਲ ਹੀ ਰਹਿੰਦੇ ਹੋ। ਤਾਂ ਕਰਕੇ ਡਰ ਕਾਹਦਾ? ਉਹ ਭੂਤ ਪ੍ਰੇਤ ਜਿੰਨ ਚੁੜੇਲਾਂ ਸਾਰੇ ਤੁਹਾਡੇ ਆਪਣੇ ਹੀ ਨੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਜਿਨ੍ਹਾਂ ਬੱਚਿਆਂ ਨੇ ਆਪਣੇ ਮਾਤਾ ਪਿਤਾ ਦਾ ਜੀਣਾ ਦੁੱਭਰ ਕੀਤਾ ਹੋਇਆ, ਉਹ ਸਾਰੇ ਭੂਤ ਪ੍ਰੇਤ ਹੀ ਨੇ। ਤੋ ਸਾਧ ਸੰਗਤ ਜੀ, ਜਿਹੜੇ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ, ਉਹਨਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਆਨੰਦ ਪੈਦਾ ਹੋ ਜਾਂਦਾ ਵਾ। ਉਹ ਰੱਬ ਦੇ ਪਿਆਰੇ ਆਪ ਵੀ ਤਰ ਜਾਂਦੇ ਨੇ, ਉਹਨਾਂ ਦੇ ਸੰਗੀ ਸਾਥੀ ਵੀ ਤਰ ਜਾਂਦੇ ਹਨ। ਤੇ ਜਿਹੜੇ ਗੁਰੂ ਜੀ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦੇ, ਜੇ ਪੂਰੇ ਦਾ ਪੂਰਾ ਟੱਬਰ ਤਰ ਸਕਦਾ ਵਾ,
ਤੇ ਪੂਰੇ ਦਾ ਪੂਰਾ ਸਾਧ ਸੰਗਤ ਜੀ ਟੱਬਰ ਫਿਰ ਡੁੱਬ ਵੀ ਜਾਂਦਾ, ਜਿਹੜੇ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ। ਇਹ ਅੱਜ ਦੇ ਸਮੇਂ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇਸ ਤੋਂ ਅਗਲੇ ਸ੍ਰੀ ਗੁਰੂ ਅੰਗਦ